ਕਹਿੰਦੇ ਕੇਂਦਰ ਸਰਕਾਰ ਅਮੀਰ ਬਹੁਤ ਹੈ ਕਿਉਂਕਿ ਉਸਕੋ ਨਾਮ ਲਸ਼ਕਰ ਭਾਰੀ ਹੈ, ਪਰ ਹਰ ਵੇਲੇ ਹੰਕਾਰ ਵਿੱਚ ਰਹਿਣਾ ਇਹ ਵੀ ਇੱਕ ਬਿਮਾਰੀ ਹੈ। ਮੈਂ ਨਹੀਂ ਕਹਿੰਦਾ, ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ, ਮੰਨ ਲੈਂਦੇ ਹਾਂ ਕਿ ਪਹਿਲਾਂ ਸ਼ਾਇਦ ਅੰਦੋਲਨ ਮੱਠਾ ਪੈ ਗਿਆ ਸੀ, ਪਰ ਮੋਰਚਾ ਨਹੀਂ ਛੱਡਿਆ ਕਿਉਂਕਿ ਜੰਗ ਹੱਲੇ ਜਾਰੀ ਹੈ। P32 ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਹੋ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਜੰਗ ਜਾਰੀ ਦੀ ਗੱਲ ਕੀਤੀ ਹੈ ਤਾਂ ਇਸੇ ਕਰਕੇ ਸੰਯੁਕਤ ਮੋਰਚੇ ਵੱਲੋਂ ਜਿਹੜਾ ਇੱਕ ਕਾਲ ਦਿੱਤੀ ਗਈ ਹੈ ਜੀ, ਕੱਲ੍ਹ ਭਾਰਤ ਬੰਦ ਦੀ ਕਾਲ ਹੈ। ਉਹ ਕਾਲ ਕਿਉਂ ਦਿੱਤੀ ਗਈ ਹੈ, ਉਸ ਦਾ ਲਾਭ ਕੀ ਹੋਏਗਾ, ਇਸ ਬਾਬਤ ਪੂਰੀ ਜਾਣਕਾਰੀ ਲੈਣ ਲਈ ਆਪਾਂ ਦੀਪ ਸਾਹਿਬ ਕੋਲ ਪਹੁੰਚੇ। ਤੁਹਾਨੂੰ ਪਤਾ ਇੱਥੋਂ ਹੀ ਜਿਹੜੀ ਆ ਆਮ ਜਨਤਾ ਨੂੰ ਵੀ ਕਾਲ ਦਿੱਤੀ ਜਾਂਦੀ ਹੈ ਜਦੋਂ ਲੰਗੜੋਏ ਧਰਨਾ ਲਗਾਉਣਾ ਹੁੰਦਾ, ਜਾਂ ਬੇਸ਼ੱਕ ITI ਦੇ ਸਾਹਮਣੇ ਧਰਨਾ ਲਾਉਣਾ ਹੁੰਦਾ, ਜਾਂ ਆਪਣੀ ਕੋਈ ਅਪੀਲ ਵੀ ਪਹੁੰਚਾਉਣੀ ਹੁੰਦੀ ਹੈ। ਕੈਮਰਾਮੈਨ ਨੂੰ ਕਹੂੰਗਾ ਥੋੜ੍ਹਾ ਅੱਗੇ ਆ ਜਾਓ। ਸੋ ਦੀਪ ਸਾਹਿਬ ਸਾਡੇ ਨਾਲ ਨੇ। ਦੀਪ ਸਾਹਿਬ, ਕੱਲ੍ਹ ਦੀ ਜਿਹੜੀ ਕਾਲ ਆ ਉਸ ਬਾਬਤ ਜਾਣਕਾਰੀ ਦਿਓ ਜੀ। ਸੰਘਰਸ਼ਾਂ ਦਾ ਜਿਹੜਾ ਰਾਹ ਉਹ ਸ਼ਾਹ ਮਾਰਗ ਵਾਂਗੂ ਸਿੱਧਾ ਨਹੀਂ ਹੁੰਦਾ। ਸੰਘਰਸ਼ਾਂ ਦਾ ਰਾਹ ਜਿਹੜਾ ਉਹ ਮੋੜਾਂ ਘੇੜਾਂ ਵਾਲਾ ਹੁੰਦਾ ਤੇ ਉਤਰਾਵਾਂ ਚੜਾਵਾਂ ਚੋਂ ਇਹ ਲੰਘਦਾ। ਇਸੇ ਹੀ ਲੜੀ ਵਜੋਂ ਕੱਲ੍ਹ ਦਾ ਜਿਹੜਾ ਪ੍ਰੋਗਰਾਮ ਆ ਸੰਯੁਕਤ ਕਿਸਾਨ ਮੋਰਚਾ ਦਿੱਲੀ ਦਾ, ਉਹ ਕੱਲ੍ਹ ਨੂੰ ਦੇਸ਼ ਭਰ ਦੇ ਵਿੱਚ ਦੁਪਹਿਰ 12 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਜਾਮ ਦਾ ਸੱਦਾ ਆ। ਤੇ ਅਸੀਂ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਸਾਡੇ ਜ਼ਿਲ੍ਹੇ ਦਾ ਇਸ ਵੇਲੇ ਸਿੰਘੂ ਬਾਰਡਰ ਦੇ ਤੌਰ ਦੇ ਉੱਤੇ ਮਸ਼ਹੂਰ ਹੋ ਚੁੱਕਾ ਲੰਗੜੋਆ ਦਾ ਬਾਈਪਾਸ, ਉੱਥੇ ਅਸੀਂ ਇਹ ਜਾਮ ਲਾਵਾਂਗੇ। ਔਰ ਇਸ ਜਾਮ ਦਾ ਜਿਹੜਾ ਮਕਸਦ ਹੈ ਉਹ ਹੈਗਾ, ਕਿਉਂਕਿ 26 ਜਨਵਰੀ ਨੂੰ ਜੋ ਕੁਛ ਸਰਕਾਰ ਔਰ ਸਰਕਾਰ ਦੇ ਖੁਫੀਆ ਤੰਤਰ, ਸਰਕਾਰ ਦੇ ਬੰਦਿਆਂ ਨੇ ਮਿਲ ਜੁਲ ਕੇ ਇਸ ਘੋਲ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਆ ਜੀ, ਔਰ ਇਹਦੇ ਵਿੱਚ ਉਹ ਕਾਮਯਾਬ ਵੀ ਹੋਏ ਆ। ਕਾਫੀ ਕੁਝ ਹੱਦ ਤੱਕ ਕਾਮਯਾਬ ਵੀ ਹੋਏ ਆ। ਔਰ ਇਸ ਘੋਲ ਨੂੰ ਮੁੜ ਕੇ ਪੈਰਾਂ ਸਿਰ ਲਿਆਉਣ ਦੇ ਲਈ ਇਹ ਜਿਹੜਾ ਕੱਲ੍ਹ ਦਾ ਜਾਮ ਹੈ ਉਹ ਲਾ ਰਹੇ ਆ। ਇਸ ਘੋਲ ਨੂੰ ਤੇਜ਼ ਕਰਨ ਲਈ, ਲੋਕਾਂ ਦੀ ਲਾਮਬੰਦੀ ਕਰਨ ਲਈ। ਭਾਵੇਂ ਕਿ ਜਾਮ ਦੀ ਕਾਲ ਜਿਹੜੀ ਪਹਿਲਾਂ ਵੀ ਦੇ ਦਿੱਤੀ ਗਈ ਸੀ, ਇਹ ਕਾਮਯਾਬ ਰਿਹਾ ਸੀਗਾ, ਪਰ ਇਸੇ ਲਈ ਥੋੜ੍ਹਾ ਘੋਲ ਨੂੰ ਸੱਟ ਵੱਜਣ ਕਰਕੇ ਮੁੜ ਕੇ ਇਹ ਜਿਹੜਾ ਜਾਮ ਦੀ ਕਾਲ ਦਿੱਤੀ ਗਈ ਆ, ਔਰ ਇਹ ਅਸੀਂ ਜਾਮ ਲਾਵਾਂਗੇ ਲੋਕਾਂ ਦੇ ਸਹਿਯੋਗ ਦੇ ਨਾਲ। ਅੱਛਾ, ਘੋਲ ਤਾਂ ਚਲੋ ਮੁੜ ਕੇ ਸੁਰਜੀਤ ਹੋ ਰਿਹਾ, ਪਤਾ ਲੱਗ ਰਿਹਾ, ਜਿਵੇਂ ਉਹ ਕਹਿੰਦੇ ਨੇ ਗੱਡੀ ਫਿਰ ਤੋਂ ਆ ਗਈ ਟਰੈਕ ਤੇ, ਮੋਰਚੇ 'ਚ ਜਾਣ ਪਾ ਗਏ ਅਥਰੂ ਟਕੈਤ ਦੀ। ਪਰ ਟਕੈਤ ਸਾਹਿਬ ਵੀ ਅੱਜ ਸਟੇਜ ਤੋਂ ਕਹਿੰਦੇ ਨੇ ਕਿ ਮੇਰੀ ਸਟੇਜ ਤੋਂ ਕੋਈ ਮੋਦੀ ਨੂੰ ਗਾਲ ਨਹੀਂ ਕੱਢੇਗਾ ਜਾਂ ਕੋਈ ਅਪਸ਼ਬਦ ਨਹੀਂ ਵਰਤੇਗਾ। ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਅਪਸ਼ਬਦ ਤਾਂ ਬਿਲਕੁਲ ਨਹੀਂ ਵਰਤਣਾ ਚਾਹੀਦਾ, ਉਹਨਾਂ ਦੀ ਗੱਲ ਠੀਕ ਹੈ, ਗਾਲ ਵੀ ਨਹੀਂ ਕੱਢਣੀ ਚਾਹੀਦੀ। ਪਰ ਆਲੋਚਨਾ ਜਿਹੜੀ ਆ ਮੋਦੀ ਸਰਕਾਰ ਦੀ ਆਲੋਚਨਾ ਹੋਣੀ ਚਾਹੀਦੀ ਆ, ਜੰਮ ਕੇ ਹੋਣੀ ਚਾਹੀਦੀ ਆ, ਉਹ ਸਾਰੂ ਆਲੋਚਨਾ ਹੋਣੀ ਚਾਹੀਦੀ ਆ। ਸ਼ਬਦ ਉਹਦੇ ਲਈ ਵਧੀਆ ਵਰਤਣੇ ਚਾਹੀਦੇ ਆ, ਗਾਲਾਂ ਕੱਢ ਕੇ ਆਲੋਚਨਾ ਨਹੀਂ ਕਰਨੀ ਚਾਹੀਦੀ। ਅੱਛਾ, ਦਿਗਵਿਜੇ ਸਿੰਘ ਕਹਿੰਦੇ ਨੇ ਕਿ ਰਾਜਨਾਥ ਸਾਹਿਬ ਨੂੰ ਪਿੱਛੇ ਕਿਉਂ ਰੱਖਿਆ? ਜੇ ਉਹ ਅੱਗੇ ਆਉਣ ਤਾਂ ਸ਼ਾਇਦ ਇਹਦਾ ਹੱਲ ਜਲਦੀ ਨਿਕਲ ਕੇ ਆਵੇ। ਤੁਹਾਨੂੰ ਕੀ ਲੱਗਦਾ? ਵੱਖ-ਵੱਖ ਲੀਡਰ ਆਪਣੇ ਜਿੱਦਾਂ ਦਾ ਬਿਆਨ ਉਹਨਾਂ ਨੂੰ ਸੂਟ ਕਰਦਾ ਆ, ਉਸ ਤਰ੍ਹਾਂ ਦੇ ਵੱਖ-ਵੱਖ ਬਿਆਨ ਦੇ ਰਹੇ ਆ। ਔਰ ਇਹਦੇ ਬਾਰੇ ਮੈਂ ਤਾਂ ਕੁਝ ਨਹੀਂ ਕਹਿੰਦਾ, ਕਿਉਂਕਿ ਉਹਦਾ ਤਾਂ ਪੁੱਛ ਰਿਹਾ ਕਿਉਂਕਿ ਨਾ ਹੁਣ ਇਹ ਵੀ ਇੱਕ ਵੀਡੀਓ 2-3 ਵਾਇਰਲ ਹੋ ਰਹੀਆਂ ਕਿ ਆਪਸ ਵਿੱਚ ਹੀ ਜਿਹੜੀ ਆ BJP 'ਚ ਫੁੱਟ ਪੈ ਰਹੀ ਆ ਕਿ ਕਿਸਾਨਾਂ ਦਾ ਕਹਿਣਾ ਨਹੀਂ ਮੰਨਦੇ, ਇਸ ਕਰਕੇ ਉਹਨਾਂ ਨੂੰ ਸ਼ੰਕੇ ਨੇ ਕਿ ਸ਼ਾਇਦ ਜਿਹੜੀ ਇਹ ਕਾਉਂਸਲਰ ਇਲੈਕਸ਼ਨਸ ਹੋਣੀਆਂ ਉਹ 'ਚ ਬਹੁਤ ਬੁਰੀ ਹਾਰ ਹੋਣੀ ਆ। ਮੇਰੇ ਕੋਲ ਸ਼ਬਦ ਹੀ ਨਹੀਂ ਕਿਹੋ ਜਿਹੀ ਹਾਰ ਹੋਣੀ ਹੈ। ਦੇਖੋ, ਪਾਰਟੀਆਂ ਦੇ ਅੰਦਰ ਪਾਰਟੀ ਕੋਈ ਵੀ ਆ, ਐਡਾ ਵੱਡਾ ਅੰਦੋਲਨ ਆ, ਔਰ ਇਸ ਅੰਦੋਲਨ ਦਾ ਕਿਸੇ ਪਾਰਟੀ ਉੱਤੇ ਕੀ ਅਸਰ ਪੈਣਾ, ਖਾਸ ਕਰਕੇ ਰਾਜਕਰਤਾ ਪਾਰਟੀ BJP ਜੇ ਇਸ ਲੋਕਾਂ ਦੀਆਂ, ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ, ਔਰ ਜੇ ਵਿੱਚੋਂ ਕੁਝ ਲੀਡਰ ਇਹ ਵੀ ਸੋਚਦੇ ਆ ਕਿ ਮੰਗਾਂ 'ਤੇ ਵਿਚਾਰ ਕਰਨਾ ਚਾਹੀਦਾ, ਮਸਲਾ ਹੱਲ ਹੋਣਾ ਚਾਹੀਦਾ, ਇਹਦਾ ਕੁਦਰਤੀ ਆ, ਕਿਉਂਕਿ ਸਾਰੀ ਪਾਰਟੀ ਇੱਕ ਤਰ੍ਹਾਂ ਨਹੀਂ ਸੋਚਦੀ, ਵਿੱਚੋਂ ਦੂਸਰੇ ਢੰਗ ਨਾਲ ਸੋਚਣ ਵਾਲੇ ਵੀ ਲੀਡਰ ਹੁੰਦੇ ਆ, ਇਹ ਚੰਗੀ ਗੱਲ। ਅੱਛਾ, ਵਿੱਚ ਨਾ ਇੱਕ ਇਹ ਵੀ ਗੱਲ ਬੜੀ ਨਿਕਲ ਗਈ ਸੀ, ਮੈਂ ਇੰਨੇ ਸਵਾਲ ਤਾਂ ਲੈ ਰਿਹਾ ਤਾਂ ਕਿ ਆਮ ਜਨਤਾ ਨੂੰ ਕਲੀਅਰ ਹੋ ਜਾਣ ਜਿਹੜੇ ਘਰ ਬੈਠੇ ਨੇ, ਕਿਉਂਕਿ ਲੋਕਾਂ ਦੇ ਖਦਸ਼ੇ ਇਹ ਵੀ ਨੇ ਕਿ
ਹੁਣ ਜਿਵੇਂ ਮਿਊਨਿਸਪਲ ਕੌਂਸਲ ਇਲੈਕਸ਼ਨਸ ਨੂੰ ਲੈ ਕੇ ਸਾਨੂੰ ਪਹਿਲਾਂ ਤਾਂ ਲੱਗਿਆ ਸੀ ਕਿ ਸ਼ਾਇਦ ਲੋਕੀ ਜਾਗਰੂਕ ਹੋ ਗਏ ਨੇ, ਥੱਲੇ ਜਦੋਂ ਵੀ ਕੋਈ ਪ੍ਰੈਸ ਕਾਨਫਰੰਸ ਕਰਦਾ ਜਾਂ ਵੀਡੀਓ ਪਾਉਂਦਾ ਥੱਲੇ ਕਿਸਾਨ ਮਜ਼ਦੂਰ ਏਕਤਾ ਦੇ ਥੱਲੇ ਲੋਕੀ ਕਮੈਂਟ ਜ਼ਰੂਰ ਕਰਦੇ ਨੇ, ਲੇਕਿਨ ਫਿਰ ਵੀ ਜਿਹੜੇ ਲੋਕ ਆਪਣਾ ਉਹਨੂੰ ਸਮਝਦੇ ਅਸੀਂ ਵਫਾਦਾਰ ਹਾਂ ਜੀ, ਸਾਡੇ ਤਾਂ ਦਾਦੇ ਪੜਦਾਦੇ ਤੇ ਪਾਰਟੀ ਨਾਲ ਜੁੜੇ ਹੋਏ ਨੇ, ਤੁਹਾਨੂੰ ਹੁਣ ਕੀ ਲੱਗਦਾ? ਕਿਉਂਕਿ ਲੋਕਾਂ ਦੇ ਮਨ 'ਚ ਖਦਸ਼ੇ ਨੇ, ਜਿਵੇਂ ਪਹਿਲਾਂ ਕਿਹਾ ਸ਼ੰਕੇ ਨੇ ਕਿ ਕੀ ਕੱਲ੍ਹ ਨੂੰ ਫਿਰ ਭਾਰੀ ਇਕੱਠ ਹੋ ਪਾਏਗਾ ਕਿ ਨਹੀਂ? ਕੋਈ ਵੀ ਲਹਿਰ ਹੈ ਜਿਹੜੀ ਖਾਸ ਕਰਕੇ ਐਡੀ ਵੱਡੀ ਲਹਿਰ ਹੈ, ਉਹ ਜਿਹੜਾ ਸੋਚ ਰੱਖਣ ਵਾਲਾ ਵਿਅਕਤੀ ਆ ਉਹਨਾਂ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਆ, ਉਹਨੂੰ ਸੋਚਣ ਲਈ ਮਜਬੂਰ ਕਰਦੀ ਆ, ਕੋਈ ਆਪਣਾ ਐਂਗਲ ਇਹਦੇ ਬਾਰੇ ਦ੍ਰਿਸ਼ਟੀਕੋਣ ਬਣਾਉਣ ਲਈ ਮਜਬੂਰ ਕਰਦੀ ਆ। ਇਹੀ ਹਾਲ ਇਸ ਘੋਲ ਦਾ ਆ, ਔਰ ਘੋਲ ਦੇ ਨਾਲ ਵੱਡੀ ਪੱਧਰ ਉੱਤੇ ਹੋਰ ਵੀ ਜੁੜ ਰਹੇ ਆ ਲੋਕ, ਸਿਰਫ ਕਿਸਾਨ ਨਹੀਂ, ਇਹਦੇ ਨਾਲ ਭੱਠਾ ਮਜ਼ਦੂਰ ਵੀ ਜੁੜ ਰਹੇ ਆ, ਖੇਤ ਮਜ਼ਦੂਰ ਵੀ ਜੁੜ ਰਹੇ ਆ, ਇਹਦੇ ਨਾਲ ਵਿਦਿਆਰਥੀ, ਨੌਜਵਾਨ, ਔਰਤ ਵਰਗ, ਮੁਲਾਜ਼ਮ ਵਰਗ, ਵਪਾਰੀ ਵਰਗ, ਇਹ ਵੀ ਵੱਡੇ ਪੱਧਰ ਉੱਤੇ ਜੁੜ ਰਹੇ ਆ, ਪਹੁੰਚਣਗੇ। ਇੱਕ ਸ਼ੰਕਾ ਮੇਰਾ ਹੋਰ ਦੂਰ ਕਰ ਦਿਓ, ਮੈਂ ਚਾਹੁੰਦਾ ਆਡੀਅנס ਨੂੰ ਵੀ ਕਲੀਅਰ ਹੋ ਜਾਵੇ। ਅਖਬਾਰ ਵਿੱਚ ਇੱਕ ਮੈਂ ਖਬਰ ਪੜ੍ਹ ਰਿਹਾ ਸੀ, ਕਹਿੰਦੇ ਕਿ ਹੁਣ 5 ਜਾਂ 5 ਤੋਂ ਵਧੇਰੇ ਲੋਕ ਇਕੱਠੇ ਹੋਣਗੇ, ਉਹ ਜਿਹੜਾ ਅਲਾਓ ਨਹੀਂ ਕੀਤਾ ਜਾਂਦਾ, ਜਾਂ ਅਗਰ ਤੁਸੀਂ ਕਿਸੇ ਖਿਲਾਫ ਨਾਅਰੇ ਲਾਉਂਦੇ ਹੋ ਜਾਂ ਤੁਸੀਂ ਕੋਈ ਰੈਲੀ ਕੱਢਦੇ ਹੋ, ਉਸ ਚੀਜ਼ ਨੂੰ ਜਿਹੜੀ ਸਰਕਾਰ ਨਕਾਰ ਰਹੀ ਹੈ। ਤੁਹਾਨੂੰ ਕੀ ਲੱਗਦਾ ਕੱਲ ਇਹ ਜਿਹੜਾ ਲੰਗੜੋਏ ਬਾਈਪਾਸ ਜਾਂ ਸੰਯੁਕਤ ਮੋਰਚੇ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਭਾਰਤ ਬੰਦ ਕਰਨਾ, ਉਹਦੇ ਕਰਕੇ ਨਵਾਂ ਰੂਲ ਲਾਗੂ ਕੀਤਾ ਇਹਨਾਂ ਨੇ? ਧਾਰਾ 144 ਬਾਰੇ, ਜਿਹਦੇ ਤਹਿਤ ਮਨਾਹੀ ਦੇ ਹੁਕਮ ਜਾਰੀ ਕਰਦਾ ਹੈਗਾ ਜ਼ਿਲ੍ਹਾ ਮੈਜਿਸਟ੍ਰੇਟ, ਇਹ ਮਨਾਹੀ ਦੇ ਹੁਕਮ ਆ ਜਿਹੜੇ ਇਹ ਹਮੇਸ਼ਾ ਹੀ ਲਾਗੂ ਰਹਿੰਦੇ ਆ, ਇਹ ਖਤਮ ਨਹੀਂ ਹੁੰਦੇ। ਪਰ ਇੱਕ ਚੀਜ਼ ਦੀਪ ਸਾਹਿਬ, ਜਦੋਂ ਬੀਜੇਪੀ ਦੀ ਰੈਲੀ ਹੁੰਦੀ ਜਾਂ ਕਿਸੇ ਪਾਰਟੀ ਦੀ ਰੈਲੀ ਹੁੰਦੀ, ਉਦੋਂ ਕਿੱਥੇ ਕਰੋਨਾ ਜਾਂਦਾ? ਔਰ ਕਰੋਨਾ ਬਿਮਾਰੀ ਘੱਟ ਤੇ ਭਰਮ ਔਰ ਦਹਿਸ਼ਤ ਵੱਧ ਸਰਕਾਰਾਂ ਨੇ ਫੈਲਾਈ ਆ, ਤਾਂ ਕਿ ਲੋਕ ਜਦੋਂ ਸਰਕਾਰ ਕੋਈ ਲੋਕਾਂ ਦੇ ਵਿਰੋਧ 'ਚ ਫੈਸਲਾ ਲੈਂਦੀ ਆ, ਕੋਈ ਕਾਨੂੰਨ ਬਣਾਉਂਦੀ ਆ, ਉਹਦੇ ਖਿਲਾਫ ਲੋਕ ਸੜਕਾਂ 'ਤੇ ਨਾ ਆ ਸਕਣ। ਇਸੇ ਲਈ ਇਹ ਬਹਾਨਾ ਬਣਾ ਕੇ ਮਨਾਹੀ ਦੇ ਹੁਕਮ ਜਾਰੀ ਕਰਦੀ ਆ। ਮੈਂ ਖਬਰ ਵੀ ਪੜ੍ਹ ਰਿਹਾ ਸੀ, ਕਹਿੰਦੇ ਜੀ ਮੋਦੀ ਸਾਹਿਬ ਤਾਂ ਬੜੇ ਧਰਮਾਤਮਾ ਨੇ, ਕਿਉਂਕਿ 150 ਤੋਂ ਵੱਧ 150 ਕੰਟਰੀਆਂ ਵਿੱਚ ਵੈਕਸੀਨ ਭੇਜ ਦਿੱਤੀ ਹੈ ਜੀ। ਜਿਨ੍ਹਾਂ ਕੋਲ ਆਪਣੇ ਦੇਸ਼ ਦੇ ਲੋਕਾਂ ਦੀ ਸਿਹਤ ਸੰਭਾਲ ਦੇ ਲਈ ਕੋਈ ਖਾਸ ਕਰਨਯੋਗ ਨਾ ਹੋਵੇ, ਉਹ ਜਦੋਂ ਸਰਕਾਰ ਇਦਾਂ ਦੇ ਬਿਆਨ ਦੇਵੇ, ਬੜਾ ਹਾਸਾ ਆਉਂਦਾ ਆਪਣੀ ਸਰਕਾਰ ਦੇ ਉੱਤੇ। ਕਿਸੇ ਨੇ ਕਮੈਂਟ ਵੀ ਲਿਖਿਆ ਸੀ, ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੇ ਟੀਕਾ ਆਪ ਕਿਉਂ ਨਹੀਂ ਲਵਾਇਆ ਵੈਕਸੀਨ ਵਾਲਾ, ਲੋਕਾਂ ਨੂੰ ਜਾਗਰੂਕ ਕਰਦੇ। ਜਿਵੇਂ ਵਿਦੇਸ਼ਾਂ ਦੇ ਵਿੱਚ ਜਿਹੜੇ ਦੂਸਰੇ ਦੇਸ਼ਾਂ ਦੇ ਲੀਡਰ ਆ, ਉਹਨਾਂ ਨੇ ਆਪ ਇਹ ਜਿਹੜਾ ਕਿ ਲੋਕਾਂ ਨੂੰ ਕਿਹਾ ਹੈਗਾ ਤੁਸੀਂ ਲਵਾਓ, ਪਹਿਲਾਂ ਆਪਣੇ ਵੀ ਲਵਾਇਆ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਾਹੀਦਾ ਕਿ ਪਹਿਲਾਂ ਉਹ ਆਪਣੇ ਜਿਸਮ ਦੇ ਉੱਤੇ ਉਹ ਟੀਕਾ ਲਵਾ ਲੈਣ ਤੇ ਫਿਰ ਉਹਦਾ ਪ੍ਰਚਾਰ ਕਰਨ। ਅੱਛਾ, ਇੱਕ ਚੀਜ਼ ਦਾ ਹੋਰ ਬੜਾ ਪ੍ਰਚਾਰ ਕੀਤਾ ਜਾ ਰਿਹਾ, ਕਹਿੰਦੇ ਅਮਰੀਕਾ ਨੇ ਇਹਨਾਂ ਬਿੱਲਾਂ ਦਾ ਸਵਾਗਤ ਕੀਤਾ, ਪਰ ਜੇ ਪੂਰੀ ਆਪਾਂ ਖਬਰ ਪੜ੍ਹੀਏ ਵਿੱਚ ਇਹ ਲਿਖਿਆ ਗਿਆ ਕਿ ਸਾਨੂੰ ਡਰ ਆ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤੰਤਰ ਜਿਹੜਾ ਉਹ ਖਰਾਬ ਨਾ ਹੋ ਜਾਵੇ, ਉਹ ਹਨੇਰੇ ਵਿੱਚ ਨਾ ਆ ਜਾਵੇ। ਜਿਹੜੇ ਕਿਸਾਨੀ ਆਗੂਆਂ 'ਤੇ ਜਾਂ ਕਿਸਾਨਾਂ 'ਤੇ ਪਰਚੇ ਕੀਤੇ ਜਾਂਦੇ ਨੇ, ਉਹ ਚਿੰਤਾ ਦਾ ਵਿਸ਼ਾ ਹੈ। ਜਿਹੜਾ ਹੈ ਸਰਕਾਰ ਔਰ ਕਿਸਾਨ ਆਗੂਆਂ ਨੂੰ ਬਹਿ ਕੇ ਤਾਂ ਹੱਲ ਕਰਨਾ ਚਾਹੀਦਾ। ਵਿੱਚ ਖਬਰ ਪੂਰੀ ਆ ਲੇਕਿਨ ਹੈੱਡਲਾਈਨ ਇਹ ਬਣਾ ਦਿੱਤੀ ਜਾਂਦੀ ਆ ਕਿ ਅਮਰੀਕਾ ਵੱਲੋਂ ਇਹਦਾ ਸਵਾਗਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਨਿੱਜੀ ਤੌਰ 'ਤੇ ਅਗਰ ਕੋਈ ਨਿਵੇਸ਼ ਕਰਨਾ ਚਾਹੁੰਦਾ ਉਹਦਾ ਸਵਾਗਤ ਹੈ, ਪਰ ਇਹ ਨਹੀਂ ਕਿਹਾ ਕਿ ਕਿਸਾਨਾਂ 'ਤੇ ਪਰਚੇ ਕਰੀ ਚੱਲੋ। ਏਜੰਸੀਆਂ ਰਾਹੀਂ ਖਬਰ ਉਹ ਸਾਰੇ ਮੀਡੀਆ ਅਦਾਰਿਆਂ ਨੂੰ ਇੱਕੋ ਹੀ ਜਾਂਦੀ ਆ, ਔਰ ਜਿੱਦਾਂ ਦੀ ਸੁਰਖੀ ਕਿਸੇ ਅਖਬਾਰੀ ਅਦਾਰੇ ਨੂੰ ਜਾਂ ਮੀਡੀਆ ਅਦਾਰੇ ਨੂੰ ਉਹ ਫਿੱਟ ਬੈਠਦੀ ਆ, ਉੱਦਾਂ ਦੀ ਸੁਰਖੀ ਕੱਢ ਲੈਂਦਾ ਆ, ਹੋਰ ਕੋਈ ਗੱਲ ਨਹੀਂ ਹੈ। ਅੱਛਾ, ਸਿੱਖਾਂ ਹੁਣ ਉਹਨਾਂ ਜਿਹੜੇ ਥੱਲੇ ਗੱਡੇ ਸੀ ਉਹ ਤਾਂ ਵਾਪਸ ਲੈ ਲਈਆਂ, ਕੀ ਲੱਗਦਾ ਬਿੱਲ ਕਦੋਂ ਵਾਪਸ ਲੈਣਗੇ? ਮੈਂ ਤਾਂ ਸਲਾਹ ਦਊਂਗਾ ਬੀਜੇਪੀ ਸਰਕਾਰ ਨੂੰ ਕਿ ਜਿੱਦਾਂ ਹੁਣ ਕਿੱਲ ਜਿਹੜੇ ਆ ਉਹ ਧਰਤੀ 'ਚੋਂ ਕੱਢ ਕੇ ਆਪਣੀ ਸੰਭਾਲ ਕੇ ਰੱਖ ਲਿਆ ਗੋਦਾਮ ਦੇ ਵਿੱਚ, ਇੱਦਾਂ ਹੀ ਇਹ ਜਿਹੜੇ 3 ਕਾਨੂੰਨ ਆ ਇਹਨਾਂ ਨੂੰ ਵਾਪਸ ਲੈ ਕੇ ਆਪਣੇ ਰੱਦੀ ਦੀ ਟੋਕਰੀ ਇਹਨਾਂ ਕੋਲ ਹੋਣੀ ਆ, ਉਹਦੇ ਵਿੱਚ ਰੱਖ ਲੈਣ। ਜੇ ਉਹਦੇ ਵਿੱਚ ਨਹੀਂ ਰੱਖਾਂ, ਆਪਣੀ ਬੀਜੇਪੀ ਦਾ ਆਫਿਸ ਆ ਜਿਹੜਾ, ਉੱਥੇ ਅਲਮਾਰੀ ਦੇ ਵਿੱਚ ਰੱਖ ਲੈਣ, ਮੁੜ ਕੇ ਹਵਾ ਨਾ ਲਵਾਉਣ। ਲੋਕ ਕਹਿੰਦੇ ਉਹ 'ਚ ਵੀ ਮਿਲਾਵਟ ਹੈ, ਪੈਰ ਨਾਲ ਹੀ ਮੋੜ ਦਿੱਤੇ ਆਪਣੇ ਜਿਹੜੇ ਕਿਸਾਨ ਵੀਰ ਆ ਉੱਥੇ। ਹਰ ਚੀਜ਼ ਦੇ ਵਿੱਚ ਮਿਲਾਵਟ ਆ ਸਰਕਾਰ ਦੀ, ਇਹਨਾਂ ਦੀ ਸੋਚ ਦੇ ਵਿੱਚ ਜਦ ਮਿਲਾਵਟ ਆ ਤੇ ਵਸਤੂਆਂ ਦੀ ਤਾਂ ਵੱਖਰੀ ਗੱਲ ਹੈ, ਉਹਨਾਂ ਦੀ ਤਾਂ ਮਿਲਾਵਟ ਹੋਏਗੀ। ਅੱਛਾ, ਕੱਲ ਇੱਕ ਵਾਰੀ ਅਪੀਲ ਜ਼ਰੂਰ ਕਰ ਦਿਓ।
ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਅਪੀਲ ਕਰਦਾ ਕਿ ਲੰਗੜੋਆ ਬਾਈਪਾਸ ਦੇ ਉੱਤੇ ਠੀਕ 12 ਵਜੇ ਇਕੱਠੇ ਹੋਣ, ਠੀਕ 12 ਵਜੇ ਸਟੇਜ ਦਾ ਆਰੰਭ ਕਰ ਦੇਣਾ ਔਰ ਲੀਡਰਾਂ ਨੇ ਭਾਸ਼ਣ ਜਿਹੜੇ ਆ ਲੀਡਰਾਂ ਦੇ ਸ਼ੁਰੂ ਹੋ ਜਾਣੇ ਆ। ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਵਾਂਗੂ ਇਹ ਮੇਲੇ ਦਾ ਰੂਪ ਧਾਰੂਗਾ। ਲੰਗੜੋਆ ਬਾਈਪਾਸ ਦਾ ਜਿਹੜਾ ਜਾਮ ਹੈ ਔਰ ਇਹ ਮੇਲਾ ਜਿਹੜਾ ਇਹ ਗੰਭੀਰਤਾ ਦੇ ਨਾਲ ਦੇਖਣ ਲਈ ਸਾਰੇ ਜਣੇ ਉੱਥੇ ਆਓ। ਇੱਕ ਸਵਾਲ ਰਹਿ ਗਿਆ ਸੀ, ਉਹ ਪੁੱਛਣਾ ਬਹੁਤ ਲਾਜ਼ਮੀ ਆ, ਕਿਉਂਕਿ ਕਹਿ ਰਹੇ ਰਕੇਸ਼ ਟਕੈਤ ਜਿੱਥੇ ਬੈਠੇ ਨੇ ਹੁਣ ਉੱਥੇ ਪੋਲੀਟੀਕਲ ਪਾਰਟੀਆਂ ਨੇ ਜਾਣਾ ਸ਼ੁਰੂ ਕਰ ਦਿੱਤਾ ਕਿ ਆਪਾਂ ਕਿਤੇ ਨਾ ਕਿਤੇ ਫਾਇਦਾ ਲੈ ਲਈਏ। ਇੱਥੇ ਜੇ ਕੱਲ ਪੋਲੀਟੀਕਲ ਪਾਰਟੀ ਦਾ ਕੋਈ ਨੁਮਾਇੰਦਾ ਆਂਦਾ ਤਾਂ ਉਹ ਵੈਸੇ ਆ ਕੇ ਪ੍ਰਜਾ ਵਿੱਚ ਬਹਿ ਸਕਦਾ, ਜਨਤਾ ਵਿੱਚ ਬਹਿ ਸਕਦਾ ਕਿ ਸਟੇਜ ਤੋਂ ਉਹਨੂੰ ਬੋਲਣ ਦਾ ਮੌਕਾ ਦਿੱਤਾ ਜਾਊਗਾ। ਜਿਹੜਾ ਸੰਯੁਕਤ ਕਿਸਾਨ ਮੋਰਚਾ ਆ ਉਹਦਾ ਫੈਸਲਾ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਨੇਤਾ ਸਟੇਜ ਤੇ ਨਹੀਂ ਬੋਲਣ ਦੇਣਾ, ਅਸੀਂ ਉਸ ਸਟੈਂਡ ਤੇ ਕਾਇਮ ਆ। ਜੇ ਕਿਸੇ ਲੀਡਰ ਨੇ ਆਉਣਾ, ਜਿਵੇਂ ਆਮ ਕਿਸਾਨ ਆਮ ਜਨਤਾ ਬੈਠੀ ਆ ਉੱਥੇ ਬੈਠੇ, ਪਰ ਤੁਸੀਂ ਉੱਦਾਂ ਵੀ ਭਜਾ ਦਿੰਦੇ ਜੇ ਕੋਈ ਜਨਤਾ ਜਾ ਕੇ ਬਹਿੰਦਾ ਜੀ। ਭਜਾਉਣ ਦਾ ਕੋਈ ਮਤਲਬ ਨਹੀਂ, ਅਸੀਂ ਕਿਸੇ ਨੂੰ ਨਹੀਂ ਭਜਾਣਾ। ਅਸੀਂ ਸਟੇਜ ਤੋਂ ਵੀ ਅਪੀਲ ਕਰ ਦਿਆਂਗੇ ਜੇ ਕੋਈ ਆਂਦਾ ਆਪਣਾ ਬੈਠ ਕੇ ਸੁਣੇ ਤੇ ਵਾਪਸ ਚੱਲ ਜਾਏ। ਧਰਨੇ ਦਾ ਹਿੱਸਾ ਬਣ ਸਕਦਾ, ਪਰ ਧਰਨੇ ਨੂੰ ਹਾਈਜੈਕ ਨਹੀਂ ਕਰ ਸਕਦਾ। ਕੋਈ ਗੱਲਬਾਤ ਆਪਣੀ ਰੱਖਣਾ ਚਾਹੁੰਦਾ ਹੋਵੇ ਰੱਕੜ ਸਾਹਿਬ, ਤੁਸੀਂ ਕੁਝ ਕਹਿਣਾ ਚਾਹੋ, ਅਪੀਲ ਕਰ ਦਿਓ ਜਨਤਾ ਨੂੰ ਜੇ ਕੋਈ ਕਰਨਾ ਚਾਹੁੰਦੇ ਆ। ਦੇਖੋ, ਮੈਂ ਇੱਕ ਜ਼ਰੂਰ ਅਪੀਲ ਕਰਾਂਗਾ ਕਿ ਜਿਹੜਾ ਘੋਲ ਇਸ ਟਾਈਮ ਪੂਰਾ ਸਿਖਰਾਂ 'ਤੇ ਆ, ਪੂਰੇ ਜੋਬਨ 'ਤੇ ਆ ਔਰ ਇਹ ਘੋਲ ਇਕੱਲਾ ਕਿਸਾਨੀ ਦਾ ਨਹੀਂ ਰਿਹਾ। ਇਹ ਘੋਲ ਦੇ ਵਿੱਚ ਹਰ ਵਰਗ ਜਿਹੜਾ ਆ ਕੁੱਦ ਪਿਆ ਆ ਔਰ ਇਸ ਮੋਦੀ ਸਾਹਿਬ ਨੂੰ ਜਿਵੇਂ ਕਹਿੰਦੇ ਵੀ ਉਹ ਗੰਢੇ ਵੀ ਖਾਣੇ ਤਾਂ ਉਹ ਵੀ ਖਾਣੇ, ਤਾਂ ਮੈਂ ਹੁਣ ਪਤਾ ਉਹ ਤਾਂ ਸ਼ਬਦ ਨਹੀਂ ਲੈਣਾ ਚਾਹੁੰਦਾ, ਪਰ ਇਹਨੂੰ ਇਸ ਗੱਲ 'ਤੇ ਸੋਚਣਾ ਚਾਹੀਦਾ। ਜਿਹੜਾ ਕਹੀ ਜਾਂਦਾ ਹੁਣ ਵੀ ਨਾ ਤੋਮਰ ਸਾਹਿਬ ਕਹਿੰਦੇ ਵੀ ਇੱਕ ਸਟੇਟ ਦਾ ਰੌਲਾ ਆ, ਬਾਕੀ ਲੋਕ ਜਿਹੜੇ ਆ ਉਹਨਾਂ ਸਹਿਮਤ ਆ, ਪਰ ਇਹਨੂੰ ਧਿਆਨ ਨਾਲ ਸੋਚਣਾ ਚਾਹੀਦਾ ਸਰਕਾਰ ਨੂੰ ਵੀ ਇਕੱਲਾ ਜਿਹੜਾ ਪੰਜਾਬ ਨਹੀਂ, ਉਹਦੇ ਨਾਲ ਹਰਿਆਣਾ, ਯੂਪੀ, ਰਾਜਸਥਾਨ, ਬਾਕੀ ਸਟੇਟਾਂ ਵੀ ਜਿਹੜੀਆਂ ਖੜੀਆਂ ਆ। ਸੋ ਇਸ ਕਰਕੇ ਉਹਦਾ ਹਿੱਸਾ ਬਣੀ ਆਪਾਂ ਸਾਰੇ ਭੈਣ ਭਰਾ। ਉੱਥੇ ਜਿਹੜਾ ਆ ਕੱਲ੍ਹ ਨੂੰ 12 ਵਜੇ ਠੀਕ ਜਿਹੜੀ ਸਟੇਜ ਸ਼ੁਰੂ ਹੋ ਜਾਣੀ ਆ ਅਤੇ ਉੱਥੇ ਲੰਗਰ ਪਾਣੀ ਦਾ ਵੀ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ। ਸੋ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ, ਭੈਣਾਂ ਨੂੰ, ਮਜ਼ਦੂਰਾਂ ਨੂੰ, ਵਿਦਿਆਰਥੀਆਂ ਨੂੰ ਔਰ ਦੁਕਾਨਦਾਰ ਵੀਰਾਂ ਨੂੰ ਕਿ ਵੱਧ ਤੋਂ ਵੱਧ ਉਸ ਘੋਲ ਦੇ ਵਿੱਚ ਸ਼ਾਮਲ ਹੋਣ। ਇਹਨਾਂ ਤੁਹਾਡਾ ਸਭ ਦਾ ਧੰਨਵਾਦ। ਅੱਛਾ, ਰੋਟੀ ਦੀ ਲੜਾਈ ਇਸ ਕਰਕੇ ਕੱਲ ਲੰਗਰ ਦਾ ਕੀ ਪ੍ਰਬੰਧ ਹੋਏਗਾ ਉਹ ਥੋੜਾ ਵਿਸ਼ੇਸ਼ ਤੌਰ ਤੇ ਦੱਸ ਦਿਓ। 5000 ਬੰਦੇ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਔਰ ਇਹ ਤੋਂ ਇਲਾਵਾ ਪਿੰਡ ਉੜਾਪੜ ਵਾਸੀਆਂ ਨੇ 1.5 ਕੁਆਂਟਲ ਜਿਹੜੀ ਆ ਗੋਭੀ ਦੀ ਸਬਜ਼ੀ ਉਹ ਤਿਆਰ ਕੀਤੀ ਜਾ ਰਹੀ ਆ ਔਰ ਜਿਨ੍ਹਾਂ ਨੂੰ ਕਿਸਾਨੀ ਘੋਲ ਨਾਲ ਦਰਦ ਆ ਉਹ ਜਥੇਬੰਦੀਆਂ ਵੀ ਜਾਂ ਵਿਅਕਤੀਗਤ ਤੌਰ ਦੇ ਉੱਤੇ ਵੀ ਉੱਥੇ ਲੰਗਰ ਲਾਉਂਦੇ ਹੁੰਦੇ ਆ। ਜਿਵੇਂ ਪਿਛਲੀ ਵਾਰ ਲਾਇਆ, ਚਾਹ ਦੇ ਲੰਗਰ ਵੀ ਲੱਗਦੇ ਆ, ਪਕੌੜਿਆਂ ਦੇ ਵੀ ਲੱਗਦੇ ਆ, ਜਲੇਬੀਆਂ ਦੇ ਵੀ ਲੱਗਦੇ ਆ। ਕਿਸੇ ਕਿਸਮ ਦੀ ਕੋਈ ਲੋਕਾਂ ਨੂੰ ਕਮੀ ਨਹੀਂ ਹੁੰਦੀ। ਇਸ ਲਈ ਲੋਕ ਜਿਹੜੇ ਆ ਨਿਸ਼ਚਿੰਤ ਹੋ ਕੇ ਹੁੰਮ ਹਮਾ ਕੇ ਉੱਥੇ ਪਹੁੰਚਣ। ਅੱਛਾ, ਇੱਥੋਂ ਲੋਕ ਦਿੱਲੀ ਵੱਲ ਨੂੰ ਵੀ ਕੂਚ ਕਰਦੇ ਨੇ, ਉਹਦਾ ਡਾਟਾ ਪ੍ਰੋਪਰ ਹੈ ਤੁਹਾਡੇ ਕੋਲ? ਲੋਕਾਂ ਦਾ ਹੁਣ ਉਤਸ਼ਾਹ ਬਣਿਆ ਹੋਇਆ ਪੂਰਾ? ਹੁਣ ਲੋਕ ਜਿਹੜੇ ਆ ਪਹਿਲਾਂ ਦੀ ਤਰ੍ਹਾਂ ਜਾਣੇ ਸ਼ੁਰੂ ਹੋ ਗਏ ਆ ਦਿੱਲੀ ਨੂੰ ਔਰ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਅਸੀਂ ਬਕਾਇਦਾ ਤੌਰ ਉੱਤੇ ਕਾਫਲੇ ਬੰਨ੍ਹ ਕੇ ਭੇਜਾਂਗੇ। ਉਹ ਅਸੀਂ ਸਾਰਾ ਕੁਝ ਤਿਆਰ ਕੀਤਾ ਆ। ਲੋਕਾਂ ਨੇ ਆਪਣੇ ਨਾਂ ਜਿਹੜੇ ਆ ਪਿੰਡਾਂ ਵਾਲਿਆਂ ਨੇ ਔਰ ਟਰਾਲੀ ਜਾਣੀ ਜਾਂ ਟੈਂਪੂ ਜਾਣਾ ਉਹ ਸਾਰਾ ਕੁਝ ਦੱਸਿਆ ਆ ਔਰ ਇਹ ਕੱਲ੍ਹ ਤੋਂ ਬਾਅਦ ਉਸੇ ਤਰ੍ਹਾਂ ਜਾਣੇ ਸ਼ੁਰੂ ਹੋ ਜਾਏ। ਇਹ ਕਲਾਸ ਸਵਾਲ ਲਾਵਾਂਗਾ, ਉਸ ਤੋਂ ਬਾਅਦ ਜੇ ਕੋਈ ਆਪਣਾ ਪ੍ਰਤੀਕਰਮ ਰੱਖਣਾ ਚਾਹੁੰਦਾ ਉਹਨਾਂ ਦੇ ਵੀ ਜ਼ਰੂਰ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਇਹ ਕਲਾਸ ਸਵਾਲ ਜਿਹੜੇ ਲੋਕ ਘਰ ਬੈਠੇ ਇਹੀ ਕਹਿੰਦੇ ਰਹਿੰਦੇ ਨੇ ਆਵਾਜ਼ ਮਾਰ ਦਈਓ ਆ ਜਾਾਂਗੇ, ਜਿਨ੍ਹਾਂ ਨੂੰ ਹਾਲੇ ਤੱਕ ਆਵਾਜ਼ ਸੁਣੀ ਨਹੀਂ, ਉਹਨਾਂ ਨੂੰ ਕੋਈ ਸੁਨੇਹਾ ਦੇਣਾ ਤਾਂ? ਮੈਂ ਜਿਹੜੇ ਹਾਲੇ ਵੀ ਘਰਾਂ 'ਚ ਬੈਠੇ ਆ ਉਹਨਾਂ ਬਾਰੇ ਇੱਕ ਗੱਲ ਕਰਨੀ ਚਾਹੁੰਦਾ। ਕਹਿੰਦੇ ਆ ਜੇ ਤਾਂ ਸੁੱਤਾ ਪਿਆ ਹੋਵੇ ਕੋਈ ਉਹ ਆਵਾਜ਼ ਨਾਲ ਉੱਠ ਖੜ੍ਹਦਾ, ਜੇ ਕੋਈ ਮਚਲਾ ਹੋਇਆ ਹੋਵੇ, ਮਚਲਾ ਹੋ ਕੇ ਪਿਆ ਹੋਵੇ ਉਹਦੇ ਕੰਨਾਂ ਦੇ ਕੋਲ ਭਾਵੇਂ ਢੋਲ ਵਜਾਈ ਜਾਓ ਜ਼ੋਰ ਜ਼ੋਰ ਨਾਲ, ਉਹ ਉੱਠਦਾ ਨਹੀਂ। ਜਿਹੜੇ ਮਚਲੇ ਹੋਏ ਆ
ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਦਰਸ਼ਕ ਬਣ ਕੇ ਨਾ ਇਸ ਘੋਲ ਦੇ ਬੈਠੇ ਰਹਿਣ, ਇਸ ਘੋਲ ਦਾ ਹਿੱਸਾ ਬਣ, ਇਸ ਘੋਲ ਦੇ ਮੈਦਾਨ ਵਿੱਚ ਆਉਣ। ਨਹੀਂ ਤਾਂ ਸਿਰਫ ਕਿਸਾਨਾਂ ਦਾ ਨੁਕਸਾਨ ਨਹੀਂ ਹੈ, ਉਹਨਾਂ ਲੋਕਾਂ ਦਾ ਵੀ ਨੁਕਸਾਨ ਹੋਊਗਾ, ਸਾਰੇ ਲੋਕਾਂ ਦਾ ਨੁਕਸਾਨ ਹੋਊਗਾ ਇਹਨਾਂ ਕਾਨੂੰਨਾਂ ਦੇ ਨਾਲ। ਤਾਂ ਚਲੋ ਇੱਧਰ ਬਾਪੂ ਜੀ ਦਾ ਇੱਕ ਵਾਰੀ ਮੈਂ ਜ਼ਰੂਰ ਦਿਖਾਉਣਾ ਚਾਹੁੰਦਾ। ਬਾਪੂ ਜੀ ਕਾਫੀ ਲੰਬੇ ਸਮੇਂ ਤੋਂ ਸਵੇਰੇ ਆਉਂਦੇ ਨੇ, ਰਾਤ ਨੂੰ ਜਾਂਦੇ ਨੇ। ਬਜ਼ੁਰਗੋ, ਤੁਸੀਂ ਅਗਰ ਕੋਈ ਗੱਲਬਾਤ ਸ਼ੇਅਰ ਕਰਨੀ ਚਾਹੋ ਤਾਂ। ਮੈਂ ਤਾਂ ਇਹ ਕਹਿ ਰਿਹਾ, ਮੋਦੀ ਨੂੰ ਇਹ ਲੈਣਾ ਹੀ ਪੈਣਾ, ਲੈਣਾ ਹੀ ਪੈਣਾ। ਅਸੀਂ ਜਿੱਤਾਂਗੇ, ਅਸੀਂ ਹਰ ਤਰ੍ਹਾਂ ਵਾਪਸ ਕਰਾਉਣ ਜਾਣਦੇ ਹਾਂ, ਉਹ ਵਾਪਸ ਹੋਊਗਾ। ਚਲੋ ਬਹੁਤ ਚੰਗੀ ਗੱਲ ਹੈ, ਤੁਹਾਡੇ ਤੱਕ ਸਾਰਾ ਮੈਸੇਜ ਪਹੁੰਚ ਗਿਆ। ਉਹਨਾਂ ਨੇ ਇਹੀ ਕਿਹਾ ਜੀ ਕਿ ਜੇ ਤਾਂ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੋ, ਜਾਗਦੇ ਸਿਰਾਂ ਵਾਲੇ ਹੋ, ਫਿਰ ਤਾਂ ਕੱਲ ਪਹੁੰਚਣਾ ਬਹੁਤ ਜ਼ਰੂਰੀ ਹੈ। ਅਗਰ ਮਚਲੇ ਹੋ ਫਿਰ ਤੁਸੀਂ ਘਰ ਬਹਿ ਕੇ ਐਂਟਰਟੇਨਮੈਂਟ ਦੇ ਤੌਰ ਤੇ ਦੇਖ ਸਕਦੇ ਹੋ, ਪਰ ਉਹ ਵੇਲਾ ਦੂਰ ਨਹੀਂ ਆ ਜਦੋਂ ਰੋਟੀ ਵੀ ਤੁਹਾਨੂੰ ਜਿਹੜੀ ਆ ਬੜੀ ਮਹਿੰਗੀ ਪੈਣੀ ਆ। ਔਰ ਹੋ ਸਕਦਾ ਜਿਸ ਹਿਸਾਬ ਨਾਲ ਬੀਜੇਪੀ ਸਰਕਾਰ ਚੱਲ ਰਹੀ ਹੈ, ਸ਼ਾਇਦ ਸਾਹਾਂ ਤੇ ਵੀ GST ਲੱਗ ਜਾਵੇ। ਔਰ GST ਸਾਡੀ ਆ, ਲੇਕਿਨ ਦੁਰਵਰਤੋਂ ਦੀ ਪ੍ਰੋਪਰ ਹੋ ਰਹੀ ਹੈ। ਸੋ ਆਪਣੇ ਹੱਕਾਂ ਲਈ ਖੜਨਾ ਬਹੁਤ ਜ਼ਰੂਰੀ ਹੈ, ਖੜਨਾ ਹੀ ਪੈਣਾ, ਕਿਉਂਕਿ ਇਹ ਲੜਾਈ ਅਸਲ ਦੀ, ਨਸਲ ਦੀ ਔਰ ਫਸਲ ਦੀ ਆ। ਮੈਨੂੰ ਲੱਗਦਾ ਤੁਹਾਡੇ ਤੱਕ ਸਾਰਾ ਮੈਸੇਜ ਪਹੁੰਚ ਗਿਆ ਹੋਵੇਗਾ। ਕੱਲ ਆਪਾਂ ਲੰਗੜੋਈ ਤੁਹਾਨੂੰ ਸਾਰੇ ਮਿਲਾਂਗੇ। ਔਰ ਜਿਹੜੇ ਵੀਰ ਭੈਣ ਭਰਾ ਚਾਹੁੰਦੇ ਨੇ ਕਿ ਉਹ PB 32 ਨਵਾਂ ਸ਼ਹਿਰ ਚੈਨਲ ਦੇ ਜ਼ਰੀਏ ਆਪਣੀ ਆਵਾਜ਼ ਜਨਤਾ ਵਿੱਚ ਰੱਖਣਾ ਚਾਹੁੰਦੇ ਨੇ, ਆਪਣੇ ਵਿਚਾਰਾਂ ਦੇ ਪ੍ਰਗਟਾਵੇ ਕਰਨਾ ਚਾਹੁੰਦੇ ਨੇ, ਉਹ ਜ਼ਰੂਰ ਸਾਨੂੰ ਸੰਪਰਕ ਕਰ ਲੈਣ। ਨੰਬਰ ਹੈ ਜੀ 9878 44 37 90। ਸਹੀ ਹੈ ਜੀ ਵਿਜੇ ਜੀ? 9743 ਜੀ ਇੱਕ ਵਾਰੀ ਫਿਰ ਤੋਂ ਆਪਣਾ ਨੰਬਰ ਬੋਲ ਦਿਓ ਜੀ। 9784 43970 ਹੌਲੀ ਹੌਲੀ ਸਲੋ। 9878443970 3970। ਜਾਂ ਤੁਸੀਂ ਜਿਹੜੀ ਸਾਡੀ ਪ੍ਰੋਫਾਈਲ ਪਿਕਚਰ ਹੈ ਤੁਸੀਂ ਉਹਨੂੰ ਦੇਖ ਸਕਦੇ ਹੋ, ਉਹਦੇ ਤੇ ਨੰਬਰ ਲਿਖਿਆ ਹੋਇਆ, ਡਿਸਪਲੇ ਕੀਤਾ ਹੋਇਆ, ਜਾਂ 83601 01573। ਇਹਨਾਂ ਦੋਨਾਂ ਨੰਬਰ ਤੇ ਤੁਸੀਂ ਕਾਲ ਕਰ ਲਓ। ਔਰ ਜਿਹੜਾ ਵੀ ਬੰਦਾ ਵਿਅਕਤੀ ਵੀਰ ਭੈਣ ਭਰਾ ਧੀਆਂ ਜੋ ਵੀ ਚਾਹਣਗੇ ਆਪਣਾ ਪ੍ਰਤੀਕਰਮ ਸਾਂਝਾ ਕਰਨਾ, ਉਹ ਕਰ ਸਕਦੇ ਆ। ਕੱਲ ਲੰਗੜੋਏ ਮਿਲਾਂਗੇ ਔਰ ਹੁੰਬ ਹਮਾ ਕੇ ਪਹੁੰਚਣਾ ਜੀ, ਕਿਉਂਕਿ ਜਿਵੇਂ ਪਹਿਲਾਂ ਕਿਹਾ ਹੈ ਕਿ ਸਾਰਿਆਂ ਨੇ ਆਪਣੀ ਤਾਕਤ ਝੋਕੀ ਹੋਈ ਆ, ਜੀ ਜਾਨ ਲਾਈ ਹੋਈ ਹੈ, ਔਰ ਇਹ ਸਾਡੇ ਹੱਕਾਂ ਦੀ ਲੜਾਈ ਹੈ। ਹੁਣ ਜਾਗਣਾ ਪੈਣਾ। ਹੁਣ ਦਿਓ ਇਜਾਜ਼ਤ ਆਪਣੇ ਛੋਟੇ ਵੀਰ ਦਿਨੇਸ਼ੂਰੀ, ਕੈਮਰਾ ਪਰਸਨ ਵਿਜੇ ਕੁਮਾਰ ਨੂੰ। ਕੱਲ ਬਹੁਤ ਜਲਦੀ ਕੱਲ ਵੀ ਹਾਜ਼ਰ ਹੋਵਾਂਗੇ, ਸ਼ਾਮ ਨੂੰ ਵੀ ਜਿਹੜਾ ਇੱਕ ਸਟੂਡੀਓ ਤੋਂ ਲਾਈਵ ਵੀ ਕਰਾਂਗੇ, ਉਹ ਵੀ ਜ਼ਰੂਰ ਦੇਖਿਓ, ਕਿਉਂਕਿ ਨਵਾਂ ਸ਼ਹਿਰ ਦੀ ਪੋਲਿਟਿਕਸ ਤੇ ਹੈ। ਸਤਿ ਸ਼੍ਰੀ ਅਕਾਲ।